ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਪ੍ਰਭ ਕਿਮਾ ਬਰਤਹਿ ਬਰਤਾਰਾ, ਕਿਮ ਭਾਣਾ ਹੋਵੈ ਕਰਤਾਰਾ। ਸ਼੍ਰੀ ਪ੍ਰਭ ਕਿਮ ਵਰਤਹਿ ਬਰਤਾਰਾ, ਕਿਮ ਭਾਣਾ ਹੋਵੈ ਕਰਤਾਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੋਬਿੰਦ ਸਿੰਘ ਗੁਰੂ ਗਤ ਦਾਇਕ, ਆਨ ਕੀ ਆਸ ਨਹੀਂ ਮਨ ਰਾਏ। ਚਾਤਰਕ ਚੀਤ ਮੋਹਰ ਮੋਰਟ, ਸਵਾਂਤ ਦਿਦਾਰ ਕਵੈ ਇਹੋ ਪਾਏ। ਜਿਉ ਪਤੰਗ ਨੇਹੋ ਕੀ ਡੋਰ ਬਦਾ, ਡਗ ਡੋਲ ਸੋਲਿਓ ਮਿਲਾਈ। ਸਿੰਧੋ ਤਾਸਨ ਹੈ ਭਵ ਕੀ ਗਤ, ਮੋਹਿ ਮਿਆ ਕਰ ਲਿਓ ਬਚਾਈ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖਿਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਪਹਾੜੀ ਰਾਜੇ ਨੇ ਆਪਣਾ ਸਾਰਾ ਜ਼ੋਰ ਲਗਾ ਕਰਕੇ ਦੇਖ ਲਿਆ ਸੀ। ਕਦੇ ਵੀ ਉਹ ਅਜੇ ਤੱਕ ਗੁਰੂ ਜੀ ਦੇ ਉੱਪਰ ਫਤਿਹ ਨਹੀਂ ਪ੍ਰਾਪਤ ਕਰ ਸਕੇ ਸਨ। ਭੀਮ ਚੰਦ ਵਰਗਿਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਵੀ ਚੜਾ ਕਰਕੇ ਲਿਆਂਦੀਆਂ, ਪਰ ਅਖੀਰ ਨੂੰ ਇਹਨਾਂ ਨੇ ਸੋਚ ਲਿਆ ਵੀ ਇਉਂ ਤਾਂ ਹੁਣ ਸਾਡਾ ਰੋਜ਼ਾਨਾ ਹੀ ਜਦੋਂ ਵੀ ਅਸੀਂ ਵੱਡੇ ਵੱਡੇ ਭਿਆਨਕ ਯੁੱਧ ਕਰਦੇ ਹਾਂ, ਕਿਤਨਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਇਹਨਾਂ ਨੇ ਫਿਰ ਆਪਣੇ ਸਿਆਣੇ ਸਿਆਣੇ ਵਜ਼ੀਰ, ਸਿਆਣੇ ਸਿਆਣੇ ਦੂਤ ਤਿਆਰ ਕੀਤੇ ਵੀ ਆਪਾਂ ਹੁਣ ਬਹੁਤ ਸਾਰਾ ਜਿਹੜਾ ਰਿਸ਼ਵਤ ਦਾ ਧਨ ਦੇ ਕਰਕੇ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਨੂੰ ਚੜਾ ਕਰਕੇ ਲਿਆਉਣਾ ਹੈ। ਇਹਨਾਂ ਦੇ ਜਿਹੜੇ ਦੋ ਵੱਡੇ ਵੱਡੇ ਵਜ਼ੀਰ ਜਦੋਂ ਦਿੱਲੀ ਸ਼ਹਿਰ ਜੋ ਵੀ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਉੱਥੇ ਵੱਡੇ ਵੱਡੇ ਨਵਾਬ ਅਹਿਲਕਾਰ ਛੱਡੇ ਹੋਏ ਸੀ, ਬਹੁਤ ਸਾਰੀਆਂ ਝੂਠੀਆਂ ਗੱਲਾਂ ਬਣਾ ਕਰਕੇ ਉਹਨਾਂ ਦੇ ਪਾਸ ਦਸੀਆਂ ਸਨ। ਕਹਿ ਲੱਗੇ ਵੀ ਦੇਖੋ ਹੁਣ ਜੋ ਪਹਾੜੀ ਇਲਾਕੇ ਦੇ ਵਿੱਚ ਵਸਣ ਵਾਲੇ ਲੋਕ, ਉਹ ਤੁਹਾਡੀ ਆਪਣੀ ਪਰਜਾ ਹੈ। ਕਈ ਪੁਸਤਾਂ ਤੋਂ ਤੁਹਾਡਾ ਜਿਹੜਾ ਸ਼ਾਹੀ ਖਜ਼ਾਨੇ ਦੇ ਵਿੱਚ ਹਾਲਾ ਵੀ ਟੈਕਸ ਵੀ ਜਾਂ ਫਿਰ
ਫਸਲਾਂ ਦੇ ਵਿੱਚੋਂ ਜੋ ਵੀ ਦੂਜਾ ਤੀਜਾ ਹਿੱਸੇ ਜ਼ਿਮੀਂਦਾਰਾਂ ਦੇ ਪਾਸੋਂ ਸਰਕਾਰ ਲਿਆ ਕਰਦੀ ਸੀ, ਵੀ ਟੈਕਸ ਵੀ ਤੁਹਾਡੇ ਪਾਸ ਜਮ੍ਹਾਂ ਕਰਵਾਉਂਦੇ ਹਨ। ਅਸੀਂ ਹੁਣ ਹੋਰ ਕਿਹਦੇ ਪਾਸ ਜਾ ਕਰਕੇ ਆਪਣੀ ਫਰਿਆਦ ਕਰ ਸਕਦੇ ਹਾਂ। ਉਹ ਸਮੇਂ ਬਹੁਤ ਸਾਰੀ ਜਿਹੜੀ ਔਰ ਰਿਸ਼ਵਤ ਦੀ ਮਾਇਆ ਧਨ ਇਹਨਾਂ ਬਾਦਸ਼ਾਹ ਔਰੰਗਜ਼ੇਬ ਦੇ ਅਹਿਲਕਾਰਾਂ ਨੂੰ ਇਹਨਾਂ ਨੇ ਦਿੱਤੀ ਸੀ। ਰੋਜ਼ਾਨਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣਾ ਬਹੁਤ ਵੱਡਾ ਰੂਹਾਨੀ ਦਰਬਾਰ ਸਜਾਇਆ ਕਰਦੇ ਸਨ। ਜੋ ਵੀ ਕਿਸੇ ਦੇ ਮਨ ਦੇ ਵਿੱਚ ਸ਼ੰਕਾ ਹੈ, ਉਹ ਫਿਰ ਮਹਾਰਾਜ ਦੇ ਅੱਗੇ ਆਪਣੇ ਵੱਲੋਂ ਬੇਨਤੀ ਕਰਦੇ। ਇੱਕ ਦਿਨ ਸਿਆਣੇ ਗੁਰ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਵੀ ਅਜੇ ਤਾਂ ਆਪ ਦਾ ਜਿਹੜਾ ਸਿੱਖ ਪੰਥ ਬਹੁਤ ਥੋੜ੍ਹੀ ਗਿਣਤੀ ਦੇ ਵਿੱਚ ਵਧਿਆ ਅਤੇ ਆਪ ਨੇ ਇਹ ਭਵਿੱਖਤ ਵਚਨ ਕੀਤੇ ਹਨ ਵੀ ਸਮਾਂ ਪਾ ਕੇ ਮੇਰੇ ਖਾਲਸਾ ਪੰਥ ਦਾ ਰਾਜ ਸਾਰੀ ਧਰਤੀ ਦੇ ਉੱਪਰ ਕਾਇਮ ਹੋ ਜੂ। ਹੁਣ ਜਿਹੜੇ ਹਿੰਦੂ ਔਰ ਮੁਸਲਮਾਨ, ਉਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਥੋੜ੍ਹੇ ਬਹੁਤਿਆਂ ਦਾ ਕੰਮ ਕਿਵੇਂ ਕਰ ਸਕਦੇ ਹਨ। ਸੁਣ ਕਰਕੇ ਦਸ਼ਮੇਸ਼ ਪਿਤਾ ਨੇ ਸਮਝਾਇਆ ਵੀ ਸਹਿਜੇ ਮੇਰੇ ਖਾਲਸੇ ਨੇ ਤਾਂ ਸਾਰਿਆਂ ਦੇ ਉੱਪਰ ਬੜਾ ਪਾਰੂ ਪੈ ਜਾਣਾ ਹੈ। ਇੱਥੇ ਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਪ੍ਰਭ ਕਿਮਾ ਵਰਤਹਿ ਵਰਤਾਰਾ। ਸੱਚੇ ਪਾਤਸ਼ਾਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਕਲਯੁਗ ਹੈ, ਇਹਨੇ ਲੋਕਾਂ ਦੇ ਮਨਾਂ ਦੇ ਉੱਪਰ ਕਿਹੋ ਜਿਹਾ ਪ੍ਰਭਾਵ ਪਾ ਦੇਣਾ ਹੈ। ਕਿਮ ਭਾਣਾ ਹੋਵੇ ਕਰਤਾਰਾ। ਪਰਮਾਤਮਾ ਦਾ ਕਿਹੋ ਜਿਹਾ ਭਾਣਾ ਦੁਨੀਆ ਦੇ ਵਿੱਚ ਵਰਤਣਾ ਹੈ। ਸਮੈ ਕਲੂ ਕੋ ਹੋਈ। ਕਲਯੁਗ ਦੇ ਵਿੱਚ ਲੋਕਾਂ ਦੇ ਮਨਾਂ ਦੇ ਅੰਦਰ ਕਿਹੋ ਜਿਹੀਆਂ ਬੁਰਾਈਆਂ, ਕਿਹੋ ਜਿਹੇ ਜਿਹੜੇ ਗੁਣ ਇਹਨੇ ਆਪਣੇ ਦੁਨੀਆ ਦੇ ਵਿੱਚ ਪ੍ਰਗਟ ਕਰਨੇ ਹਨ। ਬਧੈ ਰਾਜ ਨਿਰਪ ਕਹੀਐ ਸੋਈ। ਇਹ ਕਲਯੁਗ ਦੇ ਵਿੱਚ ਕਿਹੜੇ ਰਾਜੇ ਮਹਾਰਾਜੇ ਦਾ ਰਾਜ ਵਧੂਗਾ, ਉਹਦੇ ਬਾਰੇ ਵੀ ਖਾਲਸੇ ਨੇ ਬੇਨਤੀ ਕਰ ਦਿੱਤੀ ਹੈ। ਹਿਰਦੈ ਖਾਲਸੀ ਲਾਲਸ ਲਹੋ। ਮਹਾਰਾਜ ਇਹ ਜਿਹੜੀ ਲਾਲਸਾ ਸਾਰੇ ਗੁਰ ਸਿੱਖਾਂ ਦੇ ਮਨ ਦੇ ਅੰਦਰ ਪੁੱਛਣ ਦੇ ਲਈ ਪੈਦਾ ਹੋ ਚੁੱਕੀ ਹੈ। ਹੋਤ ਭਵਿੱਖਤ ਕੀ ਗਤ ਕਹੋ। ਆਪ ਤਾਂ ਤਿੰਨੇ ਕਾਲਾਂ ਦੀ ਸਦਾ ਵਾਸਤੇ ਜਾਣਨ ਵਾਲੇ ਹੋ। ਹਿਮ ਸੋਨਾ ਸਿੰਘਨ ਕੀ ਅਰਦਾਸ। ਇਉਂ ਜਦੋਂ ਸਿਆਣੇ ਗੁਰ ਸਿੱਖਾਂ ਨੇ ਦਸ਼ਮੇਸ਼ ਪਿਤਾ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ। ਸ਼੍ਰੀ ਕਲਗੀਧਰ ਕੀਨ ਪ੍ਰਕਾਸ਼। ਉਸ ਸਮੇਂ ਦਸ਼ਮੇਸ਼ ਪਿਤਾ ਨੇ ਬੜੇ ਹੀ ਅਮੋਲਕ ਵਚਨ ਆਪਣੀ ਰਸਨਾ ਤੋਂ ਕੀਤੇ ਸੀ। 4,32,000। ਵੀ ਆ ਜਿਹੜੀ ਕਲਯੁਗ ਦੀ ਉਮਰ 4,32,000 ਮੰਨੀ ਗਈ ਹੈ। ਇਸੇ ਤਰ੍ਹਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਵੇਂ ਅਧਿਆਤਮ ਪ੍ਰਕਾਸ਼ ਹੈ, ਉਹਦੇ ਵਿੱਚ 17,28,000 ਵਰਸੇ ਸਤਿਯੁਗ ਜੀ ਆਜੋ ਰਿਸ਼ੀਆਂ ਮੁਨੀਆਂ ਨੇ ਅੰਕਿਤ ਕੀਤੀ ਹੈ। ਮਹਾਰਾਜ ਕਹਿਣ ਲੱਗੇ ਵੀ ਕਲਯੁਗ ਦੀ ਜਿਹੜੀ ਉਮਰ
4,32,000 ਮੰਨੀ ਗਈ ਹੈ। ਕਲੂ ਆਰਬਲ ਕਰੀ ਉਚਾਰਾ। ਇਹ ਜਿਹੜੀ ਕਲਯੁਗ ਦੀ ਉਮਰ ਸਤਿਗੁਰੂ ਜੀ ਨੇ ਸੰਗਤਾਂ ਦੇ ਵਿੱਚ ਦੱਸਣੀ ਕੀਤੀ ਹੈ। ਜਿਸ ਮਹਿ ਸੰਤ ਹੋਏ ਬ੍ਰਹਮ ਗਿਆਨੀ। ਪਰ ਇਸ ਕਲਯੁਗ ਦੇ ਵਿੱਚ ਬਹੁਤ ਵੱਡੇ ਵੱਡੇ ਬ੍ਰਹਮ ਗਿਆਨੀ ਕਮਾਈਆਂ ਵਾਲੇ ਤਤਵ ਤੇ ਮਹਾਂਪੁਰਖ ਵੀ ਪੈਦਾ ਹੋਣੇ ਹਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ 'ਤੇ ਕਿਤਨੇ ਜਿਹੜੇ ਨਾਮ ਰਸੀਏ ਤਿਆਗੀ ਵਿਰਾਗੀ ਰਾਜਾ ਜੋਗੀ ਤਰਕਾਲਦਰਸ਼ੀ ਇਹੋ ਜਿਹੇ ਬੜੇ ਜਿਹੜੇ ਸਾਧੂ ਮਹਾਤਮਾ ਪੈਦਾ ਹੋਏ ਹਨ, ਜੋ ਗੁਰੂ ਬਾਬਾ ਜੀ ਨੇ ਆਪਣੀ ਰਸਨਾ ਤੋਂ ਬਚਨ ਕੀਤੇ ਸੀ ਵੀ ਮੈਂ 72 ਜਿਹੜੇ ਜਾਮੇ ਕਲਯੁਗ ਦੇ ਵਿੱਚ ਭਗਤਾਂ ਦੇ ਰੂਪ ਦੇ ਵਿੱਚ ਵੀ ਧਾਰਨ ਕਰਨੇ ਹਨ। ਸੰਤ ਬਾਬਾ ਮੱਘਰ ਸਿੰਘ ਜੀ ਕਿਤਨੇ ਮਹਾਂਪੁਰਖਾਂ ਦਾ ਜਿਹੜਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਇਸ ਕਲਯੁਗ ਦੇ ਅੰਦਰ ਬ੍ਰਹਮ ਗਿਆਨੀ ਮਹਾਨ ਕਮਾਈਆਂ ਦੇ ਮਾਲਕ ਬੜੇ ਸਾਧੂ ਮਹਾਤਮਾ ਪੈਦਾ ਹੋਣੇ ਹਨ। ਸਗੜੇ ਦੁਖ ਕਰਹਿ ਸੁਹਾਨੀ। ਉਹਨਾਂ ਦੀ ਸੰਗਤ ਦੁਆਰਾ ਪ੍ਰਾਣੀਆਂ ਦੇ ਬੜੇ ਬੜੇ ਦੁੱਖ ਤੇ ਬੜੇ ਬੜੇ ਜਿਹੜੇ ਗੁਨਾਹ ਉਹ ਵੀ ਨਾਸ ਹੋ ਜਾਣੇ ਹਨ। ਜਿਨ੍ਹਾਂ ਨੂੰ ਸਤਿਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਗਈ ਉਹ ਫਿਰ ਨਾਮ ਦੇ ਵਿੱਚ ਵੀ ਰੰਗੇ ਜਾਣੇ ਹਨ। ਦੋਹਰਾ ਕਲ ਦਰਸ਼ਨ ਕੇ ਕਾਰਨੇ ਉਠੇ ਪ੍ਰਾਤ ਇੱਕ ਬਰਖ। ਇੱਕ ਸਾਲ ਜਦੋਂ ਕਲਯੁਗ ਸਵੇਰੇ ਹੀ ਇਹ ਗੁਰੂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਉੱਠਿਆ ਸੀ। ਨਗਰ ਦੂਰ ਹੋਏ ਦੇਖੀਐ ਤਬ ਦਰਸ਼ਾਵੈ ਹਰਖ। ਇਹਨੇ ਨਗਰ ਤੋਂ ਬਾਹਰਲੇ ਪਾਸੇ ਜਾ ਕਰਕੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੀਦਾਰ ਕੀਤੇ ਸਨ। ਨਗਨ ਸ਼ਿਸ਼ਨਾ ਬਾਤਲ ਬਪੋ ਕਰ ਮੈਂ ਭੋਜਨ ਖਾਈ। ਜਿਸ ਨੇ ਆਪਣੇ ਹੱਥ ਦੇ ਵਿੱਚ ਭੋਜਨ ਤੇ ਬਿਲਕੁਲ ਇੱਕ ਦਿਗੰਬਰ ਰੂਪ ਧਾਰਨ ਕੀਤਾ ਹੋਇਆ ਸੀ। ਨੀਲ ਬਸਨ ਬੋਲੇ ਹਸੈ ਸਹਿਜ ਸੁਭਾਏ ਨਹਾਈ। ਆਪਣੇ ਸਰੀਰ ਦੇ ਉੱਪਰ ਨੀਲੇ ਰੰਗ ਦੇ ਬਾਤਰ ਪਾ ਕਰਕੇ ਕਲਯੁਗ ਬੜਾ ਹੱਸਣ ਲੱਗ ਪਿਆ ਸੀ। ਦਰਸ਼ਨ ਤੇ ਪਾਤਕ ਗਏ ਮਿੱਟੀ ਸ਼ੰਕ ਸਭ ਦੇਹੀ। ਜਦੋਂ ਇਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰਸ਼ਨ ਕੀਤਾ ਇਹਦੇ ਮਨ ਦੇ ਜਿਹੜੇ ਸਾਰੇ ਸ਼ੰਕੇ ਹੀ ਮਿਟ ਗਏ ਸਨ। ਜੋ ਬੋਲੇ ਸੋ ਬਾਕੇ ਉਠ ਚਿਤਵਤ ਪੂਰਨ ਲਿਹੀ। ਜੋ ਵੀ ਇਸ ਦੇ ਮਨ ਦੀ ਚੇਤਵਨੀ ਉਹ ਵੀ ਗੁਰੂ ਬਾਬਾ ਜੀ ਨੇ ਪੂਰੀ ਕਰ ਦਿੱਤੀ ਹੈ। ਜਬ ਪਾਂਡਵ ਹਟ ਗਇਓ ਸਮਾਜਾ। ਜਦੋਂ ਹੁਣ ਦੁਆਪਰ ਯੁਗ ਦੇ ਵਿੱਚ ਪਾਂਡਵਾਂ ਦੇ ਰਾਜ ਦਾ ਅੰਤ ਹੋ ਚੁੱਕਿਆ ਸੀ। ਮਾਗਬ 1000 ਕੀਏ ਰਾਜਾ। ਉਹ ਸਮਾਂ ਜਿਹੜੇ ਮਾਗਧ ਬੰਸ ਦੇ ਰਾਜਿਆਂ ਨੇ 1000 ਸਾਲ ਹਿੰਦੁਸਤਾਨ ਦੇ ਵਿੱਚ ਆਪਣਾ ਜਿਹੜਾ ਰਾਜ ਭਾਗ ਕਾਇਮ ਕਰਕੇ ਰੱਖਿਆ ਸੀ। ਤਿਨ ਪਛਾਤ ਨੰਦ ਕੇ ਰਾਜੀ। ਸੋ ਕਵੀ ਜੀ ਨੇ ਇਹ ਜਿਹੜੀਆਂ ਗਥਾਵਾਂ ਕਈ ਦਫਾ ਦੁਬਾਰਾ ਉਸੇ ਤਰ੍ਹਾਂ ਕਥਨ ਕੀਤੀਆਂ ਹਨ। ਆ ਜਿਹੜਾ ਨੰਦ ਨਾਮ ਦਾ ਰਾਜਾ ਸੂਦਰ ਘਰਾਣੇ ਦੇ ਵਿੱਚ ਹੋਇਆ ਇਹਦੀ ਵੀ ਜਿਹੜੀ ਵਾਰਤਾ ਪਹਿਲਾਂ ਕਈ ਦਫਾ ਚੁੱਕੀ ਆ। ਜਿਵੇਂ ਨੇ ਬ੍ਰਾਹਮਣਾਂ ਤੋਂ ਡਰਦਿਆਂ ਹੋਇਆਂ ਉਹਨਾਂ ਵਿਚਾਰਿਆਂ ਦੇ ਕੈਸੀ ਕਤਲ ਕਰਵਾ ਦਿੱਤੇ ਸੀ। ਪਤਾ ਲੱਗਿਆ ਵੀ ਇਹ ਤਾਂ ਮੇਰਾ ਰਾਜ ਭਾਗ ਖਤਮ ਕਰਨ ਦੇ ਲਈ ਗੁਪਤ ਤੌਰ 'ਤੇ ਬੜੀਆਂ ਬਰਨੀਆਂ ਕਰਨ ਲੱਗ ਪਏ ਹਨ। ਇਹਨਾਂ ਦੇ ਪੜ੍ਹੇ ਹੋਏ ਜੇ ਮੰਤਰ ਸਫਲੇ ਹੋ ਗਏ ਤਾਂ ਫਿਰ ਮੇਰੇ ਰਾਜ ਭਾਗ ਨੂੰ ਬੜੇ ਤਾਂ ਖਤਰਾ ਪੈਦਾ ਹੋ ਜਾਏਗਾ। ਜਦੋਂ ਇਹ ਖਬਰ ਨੰਦ ਨਾਮੇ ਰਾਜੇ ਦੇ ਪਾਸ ਪਹੁੰਚੀ ਉਸ ਵਕਤ ਸਿਆਣਿਆਂ ਤੋਂ ਪੁੱਛਿਆ ਵੀ ਹੁਣ ਕੀ ਕਰੀਏ।
ਇਹ ਤਾਂ ਬੜੀਆਂ ਬਰਨੀਆਂ ਗਲਤ ਤੌਰ 'ਤੇ ਕਰਨ ਲੱਗ ਪਏ ਹਨ। ਵਜ਼ੀਰਾਂ ਨੇ ਸਮਝਾਇਆ ਵੀ ਕਾਹਨੂੰ ਇਹਨਾਂ ਬ੍ਰਾਹਮਣਾਂ ਨੂੰ ਮਾਰਨ ਲੱਗੇ ਹੋ, ਇਹਨਾਂ ਦੇ ਤੁਸੀਂ ਆ ਜਿਹੜੇ ਕੇਸ ਮਨਵਾ ਦਿਓ, ਫਿਰ ਇਹਨਾਂ ਦਾ ਕੋਈ ਵੀ ਪੜ੍ਹਿਆ ਹੋਇਆ ਮੰਤਰ ਨਹੀਂ ਫੁਰਨਾ, ਨਾ ਇਹਨਾਂ ਦੀਆਂ ਕੀਤੀਆਂ ਹੋਈਆਂ ਬਰਨੀਆਂ ਵੀ ਸਫਲੀਆਂ ਨਹੀਂ ਹੋਣੀਆਂ। ਉਸ ਵਾਰਤਾ ਦੇ ਬਾਰੇ ਕਵੀ ਜੀ ਨੇ ਇਸ਼ਾਰਾ ਕੀਤਾ ਹੈ। 1,500 ਸੌ ਪੁਗਿਓ ਸਮਾਜੀ। 1500 ਸਾਲ ਇਹਨਾਂ ਨੇ ਬੜਾ ਰਾਜ ਭਾਗ ਭੋਗਣਾ ਕੀਤਾ ਸੀ। ਅਰਸ ਰਾਮ ਸਾਮਾ ਸੇ ਜਗ ਹੋਈ। ਇਸੇ ਤਰ੍ਹਾਂ ਜਿਹੜਾ ਪਰਸਰਾਮ ਹੈ, ਇਹਦੇ ਬਾਰੇ ਵੀ ਪਹਿਲਾਂ ਕਥਾ ਦੇ ਵਿੱਚ ਕਈ ਵਾਰੀ ਆ ਚੁੱਕਿਆ ਹੈ। ਸੂਦਰ ਛਾਪ ਕੀਨੀ ਸਭ ਕੋਈ। ਫਿਰ ਇਹਨਾਂ ਨੇ ਉਹ ਜੀ ਸਾਰੇ ਲੋਕਾਂ ਦੇ ਸਿਰਾਂ ਦੇ ਉੱਪਰ ਆਪਣੀ ਸੂਦਰਾਂ ਦੀ ਛਾਪ ਲਗਾ ਦਿੱਤੀ ਸੀ। ਜਗ ਮਹਿ ਦਿਜ ਆਦਿਕ ਜੀ ਭਈ। ਜਿਹੜੇ ਪੰਡਤ ਬੇਦਰਾਂ ਦੇ ਮੰਤਰਾਂ ਨੂੰ ਪੜ੍ਹਨ ਵਾਲੇ ਬੜੇ ਧਰਮਾਤਮਾ ਹੋਇਆ ਕਰਦੇ ਸੀ। ਸਿਰ ਮੁਖ ਸਭਨ ਮੁੰਡਾਈ ਸੋ ਦਈ। ਆਪਣਾ ਰਾਜ ਭਾਗ ਬਚਾਉਣ ਦੇ ਲਈ ਇਹਨਾਂ ਦੇ ਸਿਰ ਤੋਂ ਔਰ ਮੂੰਹ ਤੋਂ ਵੀ ਕੇਸੀ ਮਨਵਾ ਦਿੱਤੇ ਸਨ। ਕੀਸ ਦੂਰ ਸਭ ਇੱਕ ਸਮ ਕਰੀ। ਹੁਣ ਜਦੋਂ ਕੇਸ ਕਤਲ ਹੋ ਗਏ, ਫਿਰ ਤਾਂ ਹੁਣ ਸਾਰੇ ਲੋਕਾਂ ਨੂੰ ਉਹਨਾਂ ਨੇ ਇੱਕੋ ਹੀ ਰੂਪ ਦੇ ਵਿੱਚ ਬਦਲਤਾ, ਚਾਹੇ ਖੱਤਰੀ ਹੈ, ਬ੍ਰਾਹਮਣ ਹੈ, ਸੂਦ ਹੈ। ਜਦੋਂ ਕੌਣ ਮੌਨ ਹੋ ਗਏ ਫਿਰ ਕੀ ਪਤਾ ਲੱਗਣਾ ਵੀ ਇਹ ਬ੍ਰਾਹਮਣ ਹੈ ਜਾਂ ਖੱਤਰੀ ਬਰਨ ਦੇ ਵਿੱਚ ਪੈਦਾ ਹੋਇਆ। ਦੋਖ ਯਦਕ ਵਿਆਪਿਓ ਸਮਸਰੀ। ਹੁਣ ਸਾਰੇ ਲੋਕਾਂ ਨੂੰ ਇਹੋ ਜਿਹਾ ਬੜਾ ਦੋਸ਼, ਬੜਾ ਪਾਪ ਲੱਗ ਚੁੱਕਿਆ ਸੀ। ਰਾਜਪੂਤ ਜੀ ਦਾਸੀ ਨੰਦ। ਹੁਣ ਜਿਹੜੇ ਦਾਸੀ ਦੇ ਪੁੱਤਰ ਰਾਜਪੂਤ ਪੈਦਾ ਹੋਏ ਸਨ, ਪੰਜ ਪੁਸ਼ਤ ਕੀਏ ਰਾਜ ਬਿਲੰਦ। ਇਹਨਾਂ ਨੇ ਵੀ ਭਾਰਤ ਵਰ ਦੇ ਵਿੱਚ 5 ਪੁਸਤਾਂ ਤੱਕ ਆਪਣਾ ਰਾਜ ਭਾਗ ਕੀਤਾ ਸੀ। ਸੌਰਜ ਮੌਰਜ ਤੂਰਜ ਹੋਈ। ਇਸੇ ਤਰ੍ਹਾਂ ਜਿਹੜਾ ਸੂਰਜ ਬੰਸੀ, ਇਹਨਾਂ ਦੇ ਵਿੱਚ ਚੰਦਰ ਗੁਪਤ ਮੌਰੀਆ ਵਰਗੇ ਜੋ ਵੱਡੇ ਵੱਡੇ ਬਾਦਸ਼ਾਹ ਹੋਏ ਹਨ। ਬਹੁਰ ਪਠਾਨ ਰਾਜ ਲੀਏ ਇਸ ਸੋਈ। ਦੁਆਰਾ ਪਰ ਸੌਰਜ ਮੌਰਜ ਤੂਰਜ ਹੋਈ। ਇਸੇ ਤਰ੍ਹਾਂ ਤੋਰਜ ਪਾਵ ਜੈਪਾਲ ਨਾਮ ਦਾ ਬਹੁਤ ਵੱਡਾ ਰਾਜਾ, ਇਹ ਵੀ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਹੋਇਆ, ਤੇ ਜਿਨ੍ਹਾਂ ਦੇ ਵਿੱਚ ਅੱਗੇ ਬਹੁਤ ਸਾਰੇ ਹੋ ਜੇ ਵੱਡੇ ਵੱਡੇ ਰਿਆਸਤਾਂ ਦੇ ਮਾਲਕ ਰਾਜਪੂਤ ਹੋਏ ਹਨ। ਬਹੁਰ ਪਠਾਨ ਰਾਜ ਲੀਏ ਸੋਈ। ਫਿਰ ਅੱਗੇ ਤੋਂ ਅੱਗੇ ਹਿੰਦੁਸਤਾਨ ਦੇ ਵਿੱਚ ਕਦੇ ਪਠਾਣਾਂ ਦਾ ਚਾਰੇ ਪਾਸੇ ਬੜਾ ਜ਼ੋਰ ਪੈ ਜਾਂਦਾ ਸੀ। ਮੁਗਲ ਭਈ ਤਿੰਨ ਤੇ ਪਛਾਤੀ। ਸੋ ਕਵੀ ਜੀ ਨੇ ਥੋੜ੍ਹੇ ਜਿਹੇ ਜਿਹੜੇ ਇਹ 100 ਸਾਖੀ ਦੇ ਵਿੱਚੋਂ ਲੈ ਕਰਕੇ ਬੱਚੇ ਲਿਖਦੇ ਹਨ। ਨਾ ਇਹਨਾਂ ਦੀ ਕੋਈ ਲੜੀ ਵੀ ਨਹੀਂ ਬਣਦੀ, ਨਾ ਚੰਗੀ ਤਰ੍ਹਾਂ ਸਮਝ ਆਉਂਦੀ ਹੈ। ਪਰ ਜਿਵੇਂ ਜਿਵੇਂ ਰਾਜ ਭਾਗ ਦੇ ਵਿੱਚ ਅਦਲਾ ਬਦਲੀ ਇਹ ਤਾਂ ਸਦੀਆਂ ਤੋਂ ਚਲੀ ਆ ਰਹੀ ਸੀ, ਉਹਨਾਂ ਬਾਰੇ ਸੰਖੇਪ ਤੌਰ 'ਤੇ ਥੋੜ੍ਹਾ ਥੋੜ੍ਹਾ ਕਵੀ ਜੀ ਨੇ ਆਪਣੇ ਵੱਲੋਂ ਲਿਖਣਾ ਕੀਤਾ ਹੈ। ਪ੍ਰਜਾ ਭਈ ਸਭ ਔਰੇ ਜਾਤੀ। ਜਿਵੇਂ ਜਿਵੇਂ ਰਾਜ ਭਾਗ ਬਦਲਦੇ ਗਏ, ਜਿਹੜੀ ਪ੍ਰਜਾ ਉਹਨਾਂ ਨੇ ਵੀ ਆਪਣਾ ਇੱਕ ਇਹੋ ਜਿਹਾ ਲਹਿਦਾ ਜਿਹਾ ਰੂਪ ਧਾਰਨ ਕਰ ਲਿਆ ਸੀ। ਪੁਨ ਰੌਰਾ ਕੀਤਕ ਦਿਨ ਪਰੈ। ਮਹਾਰਾਜ ਕਹਿਣ ਲੱਗੇ ਵੀ ਫਿਰ ਹਿੰਦੁਸਤਾਨ ਦੇ ਵਿੱਚ ਜਦੋਂ ਬੜਾ ਰੌਲਾ ਗੋਲਾ ਵੱਧ ਜਾਣਾ ਹੈ। ਸੈਨ ਕਾਬਲੀ ਤੇ ਸਭ ਡਰੈ। ਉਹ ਜਿਵੇਂ ਅਹਿਮਦ ਸ਼ਾਹ ਵਦਾਲੀ, ਇਹ ਵੀ ਜਦੋਂ ਆਪਣੀ ਫੌਜ ਕਹਿੰਦੇ ਚੜਾ ਕਰਕੇ ਲਿਆਉਂਦਾ, ਫਿਰ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਮਿੱਟੀ ਦੇ ਤਵੇ ਚੜ ਜਾਂਦੇ ਸੀ,
ਉਹਨੇ ਬੜਾ ਪ੍ਰਜਾ ਨੂੰ ਭਾਰਤ ਵਰ ਦੇ ਵਿੱਚ ਆ ਕਰਕੇ ਲੁੱਟਣਾ। ਇਤਨੀ ਗਰੀਬੀ, ਇਤਨੀ ਕਗਾਲੀ ਆ ਜਾਂਦੀ, ਲੋਕ ਮਿੱਟੀ ਦੇ ਤਵੇ ਬਣਾ ਕਰਕੇ ਆਪਣਾ ਭੋਜਨ ਪਾਣੀ ਤਿਆਰ ਕਰਨ ਲੱਗ ਜਾਂਦੇ ਸਨ। ਕਈ ਜਿਹੜੇ ਹਮਲੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਹਿੰਦੁਸਤਾਨ ਦੇ ਉੱਪਰ ਕੀਤੇ ਸਨ। ਦਛਨ ਕੀ ਦਲ ਉਮਡਹ ਕਨੀ, ਫਿਰ ਦੱਖਣ ਦੀ ਦਿਸ਼ਾ ਦੇ ਵੱਲ ਮਰਾਠਿਆਂ ਨੇ ਆਪਣਾ ਜ਼ੋਰ ਪਾ ਲੈਣਾ ਹੈ। ਲੋਟ ਕੋਟ ਜਗ ਕੋ ਦੁਖ ਬਨੀ, ਉਹਨਾਂ ਨੇ ਵੀ ਲੋਕਾਂ ਨੂੰ ਲੁੱਟ ਖਸੁੱਟ ਕਰਕੇ ਬੜਾ ਦੁਖੀ ਹੀ ਕਰਨਾ ਹੈ। ਤਬੈ ਸਿੰਘ ਗਰਜੈ ਵੱਡ ਭਾਰੀ, ਫਿਰ ਜਦੋਂ ਮੇਰੇ ਸਿੰਘਾਂ ਨੇ ਚਾਰੇ ਪਾਸੇ ਬੜਾ ਭਾਰੀ ਗਰਜਨ ਲੱਗ ਜਾਣਾ ਹੈ। ਪਰ ਹੈ ਜੰਗ ਸੰਗ ਸੈਨ ਕੰਧਾਰੀ, ਉਸ ਸਮੇਂ ਹੁਣ ਜਿਹੜੇ ਕਾਬਲ ਕੰਧਾਰ ਤੋਂ ਚਾਹੇ ਅਹਿਮਦ ਸ਼ਾਹ ਅਬਦਾਲੀ ਆਇਆ, ਚਾਹੇ ਨਾਦਰ ਸ਼ਾਹ ਵਰਗੇ ਆਏ, ਮਰਾਠਿਆਂ ਦੇ ਤਾਂ ਇਹਨੇ ਇੱਕ ਵਾਰੀ ਉਹ ਜੀ ਚਪੇੜ ਮਾਰੀ, ਦੁਬਾਰਾ ਉਹਨੂੰ ਕਈ ਸਾਲ ਹੋਸ਼ ਨਹੀਂ ਸੀ ਆਈ। ਪਰ ਜੋ ਨੇ ਗੁਰੂ ਕੇ ਖਾਲਸੇ ਇਹਨਾਂ ਅਬਦਾਲੀਆਂ ਦੇ ਅੱਗੇ ਹੀ ਅੜਦੇ ਰਹੇ ਹਨ। ਖਾਲਸਾ ਪੰਥ ਦੀਆਂ ਇਹਨਾਂ ਦੇ ਨਾਲ ਔਰੋਂ ਬਿਆਬਾਨਾਂ ਦੇ ਵਿੱਚ ਬੜੀਆਂ ਝੜਪਾਂ ਹੁੰਦੀਆਂ ਰਹਿੰਦੀਆਂ ਸੀ। ਉਸ ਦੇ ਵੱਲ ਕਵੀ ਜੀ ਨੇ ਆਪਣੇ ਵੱਲੋਂ ਇਹ ਇਸ਼ਾਰੇ ਕੀਤੇ ਹਨ। ਹੋਰ ਬਭਿਖੈ ਮੌਨ ਵੱਧ ਜਾਵੇ, ਤੇ ਜਦੋਂ ਪੂਰਬ ਦੀ ਦਿਸ਼ਾ ਦੇ ਵੱਲ ਬਹੁਤ ਸਾਰੇ ਆ ਜਿਹੜੇ ਅੰਗਰੇਜ਼ ਵੱਧ ਜਾਣੇ ਹਨ। ਲੜ ਕਰ ਸਭ ਕੀ ਸਭਾ ਉਠਾਵੇ, ਸਮਾਂ ਪਾ ਕਰਕੇ ਇਹਨਾਂ ਦਾ ਵੀ ਹਿੰਦੁਸਤਾਨ ਦੇ ਉੱਪਰ ਬੜਾ ਜ਼ੋਰ ਵੱਧ ਜਾਣਾ। ਲੜਦਿਆਂ ਇਹਨਾਂ ਨੇ ਮੁਗਲਾਂ ਦੀਆਂ, ਪਠਾਨਾਂ ਦੀਆਂ, ਮਰਾਠਾਂ ਦੀਆਂ ਸਿਪਾਹੀ ਦੂਰ ਕਰ ਦੇਣੀਆਂ ਹਨ। ਇਤੈ ਸਿੰਘ ਉਤ ਹੋਏ ਫਿਰੰਗੀ, ਇੱਕ ਪਾਸੇ ਮੇਰੇ ਸਿੰਘ ਸੂਰਮੇ ਤੇ ਦੂਜੇ ਪਾਸੇ ਫਰੰਗੀ। ਜਦੋਂ ਅੰਗਰੇਜ਼ਾਂ ਦੇ ਨਾਲ ਮੁਕਾਬਲੇ ਹੋਣੇ ਨੇ, ਦਲ ਦੋਨੋਂ ਕੀ ਹਵੈ ਵੱਡ ਜੰਗੀ, ਦੋਵੇਂ ਪਾਸਿਆਂ ਦੇ ਦਲਾਂ ਦਾ ਬੜਾ ਭਾਰੀ ਜੰਗ ਹੋਣਾ ਹੈ। ਕੇਤਕ ਸੰਮਤ ਇਮਹੁ ਬਿਤਾਵੇ, ਇਸੇ ਤਰ੍ਹਾਂ ਜਦੋਂ ਲੜਾਈ ਝਗੜੇ ਜੰਗ ਯੁੱਧ ਹੁੰਦੇ ਆ, ਕਈ ਸਾਲ ਬਤੀਤ ਹੋ ਜਾਣੇ ਹਨ। ਮਿਲ ਕਰ ਮਸਲਤ ਰਾਜ ਕਮਾਵੇ, ਜਦੋਂ ਮੇਰੇ ਖਾਲਸੇ ਨੇ ਸਲਾਹ ਕਰਕੇ ਰਾਜ ਭਾਗ ਆਪਣਾ ਕਾਇਮ ਕਰ ਲੈਣਾ ਹੈ। ਬਧੈ ਖਾਲਸਾ ਲੀ ਵੱਡ ਰਾਜਾ, ਸਤਿਗੁਰੂ ਜੀ ਨੇ ਭਵਿੱਖਤ ਵਚਨ ਕੀਤੇ ਵੀ ਜਦੋਂ ਖਾਲਸੇ ਨੇ ਵੱਧ ਕਰਕੇ ਫਿਰ ਰਾਜ ਭਾਗ ਦੇ ਉੱਪਰ ਆਪਣਾ ਕਬਜ਼ਾ ਵੀ ਜਮਾ ਲੈਣਾ ਹੈ। ਸਭ ਵਿਦਤੀ ਅਧਿਕਾਈ ਸਮਾਜਾ, ਇਹਨਾਂ ਦਾ ਵੀ ਬੜਾ ਰਾਜ ਭਾਗ ਸਾਜੋ ਸਮਾਜ ਹਰ ਪੱਖ ਤੋਂ ਵੱਧ ਜਾਏਗਾ। ਜਿਤ ਕਤ ਸਿੰਘ ਨਾਮ ਗੁਰ ਜਪੈ, ਜਿੱਥੇ ਕਿਤੇ ਵੀ ਥਾਂ ਤੇ ਜਦੋਂ ਜੋਦੇ ਸੂਰਮਿਆਂ ਨੇ ਇਹ ਗੁਰੂ ਦਾ ਹੀ ਨਾਮ ਰਸਨਾ ਤੋਂ ਜਪਣ ਲੱਗ ਜਾਣਾ। ਚਾਹੇ ਉਹ ਥਪ ਹੈ ਕਿਸਹੂ ਤਪੈ, ਬੇਤਨਾ ਬਲ ਇਤਨਾ ਜ਼ੋਰ ਇਹਨਾਂ ਦੇ ਹੱਥ ਦੇ ਵਿੱਚ ਆਜੂ। ਖਾਲਸਾ ਪੰਥ ਚਾਹੇ ਕਿਸੇ ਨੂੰ ਉਜਾੜ ਦੇਵੇ, ਚਾਹੇ ਕਿਸੇ ਨੂੰ ਵਸਾ ਦੇਵੇ, ਇਤਨੀ ਜਿਹੜੀ ਤਾਕਤ ਸ਼ਕਤੀ ਇਹਨਾਂ ਦੇ ਹੱਥ ਦੇ ਵਿੱਚ ਆ ਜਾਣੀ ਹੈ। ਦੋਹਰਾ ਘਰ ਘਰ ਉਜਰੈ ਘਰ ਘਰ ਵਸੈ, ਸਤਿਗੁਰੂ ਜੀ ਕਹਿਣ ਲੱਗੇ ਵੀ ਇਸ ਹਿੰਦੁਸਤਾਨ ਦੇ ਲੋਕਾਂ ਦੇ ਉੱਪਰ ਇਹ ਜਿਹੜੇ ਸਮੇਂ ਬਦਲਦੇ ਹੀ ਰਹਿਣੇ ਹਨ। ਕਦੇ ਘਰ ਘਰ ਦੇ ਵਿੱਚ ਲੋਕਾਂ ਨੂੰ ਇਹੋ ਜਿਹੀਆਂ ਭਾਜੜਾਂ ਵੀ ਪੈ ਜਾਣੀਆਂ ਹਨ। ਘਰ ਘਰ ਹੋਵੇ ਨਾਰ, ਤੇ ਘਰ ਘਰ ਦੇ ਵਿੱਚ ਬੜੇ ਲੜਾਈ ਝਗੜੇ ਵੀ ਵੱਧ ਜਾਣੇ ਹਨ। ਘਰ ਘਰ ਪੂਜਾ ਘਰ ਕਮੰਡ, ਘਰ ਘਰ ਦੇ ਵਿੱਚ ਅਨੇਕ ਪ੍ਰਕਾਰ ਦੀ ਪੂਜਾ ਵੀ ਲੋਕਾਂ ਨੇ ਆਪੋ ਆਪਣੀ
ਵਿਚਾਰ ਦੇ ਮੁਤਾਬਕ ਕਰਨ ਲੱਗ ਜਾਣਾ ਹੈ। ਥਾਂ ਥਾਂ 'ਤੇ ਬੜਾ ਹੰਕਾਰ ਮਾਨ ਵੀ ਇਹਨਾਂ ਦੇ ਮਨ ਦੇ ਵਿੱਚ ਵੱਧ ਜਾਏਗਾ। ਘਰ ਘਰ ਹੋਈ ਮਰ ਸਾਰ, ਆ ਜਿਹੜੀਆਂ ਮੌਤਾਂ ਇਹ ਵੀ ਘਰ ਘਰ ਦੇ ਵਿੱਚ ਹੋਣ ਲੱਗ ਪੈਣੀਆਂ ਹਨ। ਚੌਪਈ ਚਿਰੰਕਾਲ ਲਓ ਰਾਜ ਕਮਾਵੇ, ਪਰ ਮੇਰੇ ਖਾਲਸੇ ਨੇ ਜਦੋਂ ਬੜਾ ਲੰਬਾ ਟਾਈਮ ਆਪਣਾ ਰਾਜ ਭਾਗ ਕਮਾਉਣਾ ਹੈ, ਪਾਛਾ ਪੁੰਨ ਮਲੇਸ਼ ਵੱਧ ਜਾਵੇ, ਸਮਾਂ ਪਾ ਕਰਕੇ ਫਿਰ ਇਹਨਾਂ ਮਲੇਸ਼ਾਂ ਪਾਪੀਆਂ ਦਾ ਬੜਾ ਜ਼ੋਰ ਪੈ ਜਾਏਗਾ। ਕਲਯੁਗ ਘੋਰ ਹੋਈ ਜਿਸ ਕਾਲ, ਜਦੋਂ ਕਲਯੁਗ ਨੇ ਆਪਣਾ ਜਿਹੜਾ ਪ੍ਰਭਾਵ ਸਾਰੇ ਲੋਕਾਂ ਦੇ ਮਨ ਦੇ ਉੱਪਰ ਪਾ ਲੈਣਾ ਹੈ, ਨਿਹ ਕਲੰਕ ਤਬ ਤੇਜ ਵਿਸਾਲ, ਟੈਮ ਪਾ ਕੇ ਜਿਹੜਾ ਲੈ ਨੇ ਕਲੰਕ ਉਹ ਵੀ ਬੜੇ ਤੇਜ ਪ੍ਰਤਾਪ ਦੇ ਸਹਿਤ ਪੈਦਾ ਹੋਵੇਗਾ। ਇਸ ਪ੍ਰਕਾਰ ਗੁਰ ਸਕਲ ਸੁਨਾਇਓ, ਇਹੋ ਸਤਿਗੁਰੂ ਜੀ ਨੇ ਬੜੇ ਹੋ ਜੇ ਭਵਿੱਖਤ ਵਚਨ ਖਾਲਸੇ ਦੇ ਨਾਲ ਉਸ ਵਕਤ ਦੀਵਾਨ ਦੇ ਵਿੱਚ ਬੈਠ ਕਰਕੇ ਕੀਤੇ ਸੀ। ਸੁਣ ਸਿੰਘਨ ਸਭ ਸੀਸ ਨਿਵਾਇਓ, ਸੁਣ ਕਰਕੇ ਵਚਨ ਖਾਲਸੇ ਨੇ ਆਪਣੇ ਸੀਸ ਸਤਿਗੁਰੂ ਜੀ ਦੇ ਅੱਗੇ ਝੁਕਾ ਦਿੱਤੇ ਸੀ। ਕਹਿ ਗੁਰ ਬਖਸ਼ ਸਿੰਘ ਸ਼ੁਭ ਕਥਾ, ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੇ ਵੰਦ ਦੇ ਵਿੱਚੋਂ ਇਹ ਸਾਰੀ ਜਿਹੜੀ ਕਥਾ ਖਾਲਸੇ ਨੂੰ ਸੁਣਾ ਰਹੇ ਹਨ। ਸਿੱਖ ਸਰੋਤਾ ਪ੍ਰੇਮੀ ਸੁਨ ਤਥਾ, ਜਿਹੜੇ ਸਰੋਤੇ ਬੜੇ ਪਿਆਰ ਦੇ ਨਾਲ ਇਹ ਸਤਿਗੁਰੂ ਜੀ ਦੀ ਜਿਹੜੀ ਕਥਾ ਸੁਣ ਰਹੇ ਸਨ। ਦੋਹਰਾ ਰਾਮਦਾਸ ਕੁਲ ਰਾਮ ਕੋਇਰ, ਗੁਰ ਉਕਤੀ ਕਹਿ ਚੁੱਪ, ਉਸ ਵਕਤ ਜੋ ਦਸ਼ਮੇਸ਼ ਪਿਤਾ ਸੋਢ ਬੰਦੇ ਵਿੱਚ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਹੈ। ਇਸੇ ਤਰ੍ਹਾਂ ਭਾਈ ਰਾਮ ਕੋਇਰ ਇਹ ਬਾਬਾ ਬੁੱਢਾ ਜੀ ਦੀ ਬੰਦੇ ਵਿੱਚ ਪੈਦਾ ਹੋਏ ਹਨ। ਇਤਨੇ ਬਚਨ ਕਰਨ ਤੋਂ ਬਾਅਦ ਸਤਿਗੁਰੂ ਜੀ ਚੁੱਪ ਹੋ ਗਏ ਸਨ। ਕਹਤੇ ਲੱਗੀ ਸਮਾਧ ਪਦ, ਲਈ ਗੁਪਤ ਰਸ ਗੁਪ, ਬਚਨ ਕਰਦਿਆਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਵੀ ਸਮਾਧੀ ਦੇ ਵਿੱਚ ਜੁੜ ਗਏ ਸਨ। ਕਲ ਵਰਤਾਰਾ ਪੜੈ ਸੁਨੈ, ਕਲਯੁਗ ਤਾਂਕਾ ਦਾਸ, ਵੀ ਜਿਹੜਾ ਪ੍ਰੇਮੀ ਇਹਨਾਂ ਬਚਨਾਂ ਨੂੰ ਪੜ੍ਹੇਗਾ ਜਾਂ ਸੁਣੇਗਾ ਉਹਦੇ ਉੱਪਰ ਇਸ ਕਲਯੁਗ ਦਾ ਕੋਈ ਵੀ ਪ੍ਰਭਾਵ ਨਹੀਂ ਪਏਗਾ। ਆਪ ਭਗੈ ਭਗਤੀ ਜਗੈ, ਧਨ ਸਿੱਖ ਕੀ ਆਸ, ਪਾਪ ਭਗੈ ਭਗਤੀ ਜਗੈ, ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋਗੀ ਉਹਨਾਂ ਦੇ ਜਿਹੜੇ ਪਾਪ ਗੁਨਾਹ ਦੋਸ਼ ਆਪਣੇ ਆਪ ਹੀ ਨਾਸ ਹੋ ਜਾਂਦੇ ਹਨ। ਪਾਪ ਭਗੈ ਭਗਤੀ ਜਗੈ, ਧਨ ਸਿੱਖ ਕੀ ਆਸ, ਉਹਨਾਂ ਗੁਰ ਸਿੱਖਾਂ ਦੀ ਜਿਹੜੀ ਆਸਾ ਮਨ ਦੀ ਭਾਵਨਾ ਵੀ ਧਨਤਾ ਦੇ ਯੋਗ ਹੋ ਜਾਂਦੀ ਹੈ। ਵੀ ਜਿਹੜੇ ਪ੍ਰੇਮਾ ਭਗਤੀ ਦੇ ਵਿੱਚ ਜੁੜ ਚੁੱਕੇ ਹਨ। ਦੋਹਰਾ ਕੀਤਕ ਦਿਨ ਬੀਤੇ ਬਹੁਰ, ਬੈਠੇ ਸਭਾ ਮਝਾਰ, ਜਦੋਂ ਸਤਿਗੁਰੂ ਜੀ ਨੇ ਕਈ ਦਿਨਾਂ ਤੋਂ ਬਾਅਦ ਫਿਰ ਆਪਣਾ ਦੀਵਾਨ ਸਜਾਇਆ ਸੀ। ਕਰੈ ਰਬਾਬੀ ਕੀਰਤਨ, ਸੁੰਦਰ ਸ਼ਬਦ ਉਚਾਰ, ਰਬਾਬੀ ਰੋਜ਼ਾਨਾਈ ਸੰਗਤਾਂ ਨੂੰ ਬੜਾ ਰਸ ਭਿੰਨਾ ਕੀਰਤਨ ਵੀ ਸੁਣਾਇਆ ਕਰਦੇ ਸਨ। ਚੌਪਈ ਰਾਮ ਕੋਇਰ ਨਿਜ ਤਿਆਗ ਸਮਾਧ, ਭਾਈ ਰਾਮ ਕੌਰ ਜੀ ਵੀ ਜਦੋਂ ਸਮਾਧੀ ਤੋਂ ਉਥਾਨ ਹੋ ਗਏ ਨੇ, ਹਿਰਦੇ ਧਿਆਨ ਧਰ ਗੁਰੂ ਅਗਾਧ, ਜੋ ਸਤਿਗੁਰੂ ਜੀ ਨੇ ਬੜੇ ਅਗਾਧ ਬੋਧ ਗੁਰੂ ਬਾਬਾ ਜੀ ਦੇ ਚਰਨਾਂ ਦਾ ਧਿਆਨ ਭਾਈ ਰਾਮ ਕੌਰ ਜੀ ਨੇ ਵੀ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ ਹੋਇਆ ਸੀ। ਸਿੱਖ ਸੰਗਤ ਗਾਨਾ ਸਿੰਘ ਜੀ ਸਰੋਤਾ, ਜਿਹੜੇ ਸਰੋਤੇ ਰੋਜ਼ਾਨਾ ਭਾਈ ਗੁਰਬਖਸ਼ ਸਿੰਘ ਦੀ ਰਸਨਾ ਤੋਂ ਬੜੇ ਅੰਮ੍ਰਿਤ ਦੇ ਸਮਾਨ ਸੁਣ ਕਰਕੇ ਬਚਨ ਬਹੁਤ ਜ਼ਿਆਦਾ
ਆਨੰਦ ਪ੍ਰਾਪਤ ਕਰਿਆ ਕਰਦੇ ਸੀ। ਸੁਣ ਸੁਣ ਸਭ ਕੀ ਆਨੰਦ ਹਦੋਤਾ। ਜਿਵੇਂ ਜਿਵੇਂ ਭਾਈ ਰਾਮ ਕੌਰ ਜੀ ਨੇ ਬਚਨ ਸੁਣਾਉਣੇ, ਸਰੋਤਿਆਂ ਦੇ ਮਨ ਦੇ ਵਿੱਚ ਬੜੀ ਮਸਤੀ, ਬੜਾ ਆਨੰਦ ਭਰ ਜਾਂਦਾ ਸੀ। ਸਤਿਗੁਰ ਕਥਾ ਕਰਨ ਲਗ ਪਾਈ। ਹੁਣ ਫਿਰ ਭਾਈ ਰਾਮ ਕੌਰ ਜੀ ਆਪਣੀ ਰਸਨਾ ਤੋਂ ਖਾਲਸੇ ਨੂੰ ਸਤਿਗੁਰੂ ਜੀ ਦੀ ਜਿਹੜੀ ਪਵਿੱਤਰ ਕਥਾ ਸੁਣਾਉਣ ਲੱਗ ਪਏ ਨੇ। ਗੁਰ ਸੇਵਕ ਕੀ ਤਨ ਮਨ ਪਾਈ। ਜੋ ਸਤਿਗੁਰੂ ਜੀ ਦੇ ਕੌਤਕ ਜਿਹੜੇ ਨੇ ਸ਼ਰਧਾ ਭਾਵਨਾ ਵਾਲੇ ਪ੍ਰੇਮੀ, ਉਹਨਾਂ ਦੇ ਮਨ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਚੰਗੇ ਲੱਗਦੇ ਸਨ। ਭਗਤ ਗਿਆਨ ਤੇ ਪੂਰਨ ਜੋਈ। ਜੋ ਸਤਿਗੁਰੂ ਜੀ ਦੀ ਪਵਿੱਤਰ ਕਥਾ ਭਗਤੀ ਤੇ ਗਿਆਨ ਦੇ ਨਾਲ ਭਰੀ ਹੋਈ ਹੈ। ਸਿੱਖੀ ਅਰ ਬਿਰਾਗ ਮਹਿ ਪੋਈ। ਇਹਦੇ ਵਿੱਚ ਬੜੇ ਬੈਰਾਗ ਦੇ ਔਰ ਸਿੱਖੀ ਦੀ ਜਿਹੜੀ ਮਹਿਮਾ, ਉਹਦੇ ਬਾਰੇ ਬੜੇ ਬਚਨ ਜਿਹੜੇ ਪਰੇ ਹੋਏ ਹਨ। ਸੱਦੋ ਮੱਦੋ ਦੋਨੋਂ ਭਰਾਤਾ। ਭਾਈ ਸੱਦੂ ਤੇ ਮੱਦੂ ਇਹ ਦੋਵੇਂ ਭਰਾ ਦਸ਼ਮੇਸ਼ ਪਿਤਾ ਦੇ ਦਰਬਾਰ ਦੇ ਵਿੱਚ ਰੋਜ਼ਾਨਾ ਹੀ ਇਲਾਹੀ ਬਾਣੀ ਦਾ ਕੀਰਤਨ ਕਰਿਆ ਕਰਦੇ ਸਨ। ਗਾਵੇਂ ਰਾਗ ਸੁਰਨ ਕੀ ਗਿਆਤਾ। ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਿਹੜਾ ਰਾਗ ਦਾ ਬੜਾ ਗਿਆਨ ਪ੍ਰਾਪਤ ਹੋ ਚੁੱਕਿਆ ਸੀ। ਕਰੀ ਬਿਲਾਵਲ ਚੌਂਕੀ ਚਾਰ। ਜਦੋਂ ਦੋਵੇਂ ਭਰਾਵਾਂ ਨੇ ਬਿਲਾਵਲ ਰਾਗ ਦੀ ਜਿਹੜੀ ਚੌਂਕੀ ਸੰਗਤਾਂ ਨੂੰ ਉਚਾਰਨ ਕਰਕੇ ਸੁਣਾਈ ਸੀ। ਭੋਗ ਭਾਈ ਅਰਦਾਸ ਉਚਾਰ। ਜਦੋਂ ਸਮਾਪਤੀ ਤੋਂ ਬਾਅਦ ਸੰਗਤਾਂ ਨੇ ਅਰਦਾਸ ਕੀਤੀ ਹੈ। ਪੀਛੇ ਸਿੰਘ ਨਾ ਬੇਨਤੀ ਕੀਨ। ਉਹ ਤੋਂ ਬਾਅਦ ਫਿਰ ਸਿੰਘਾਂ ਨੇ ਦਸ਼ਮੇਸ਼ ਪਿਤਾ ਦੇ ਅੱਗੇ ਆਪਣੇ ਹੱਥ ਜੋੜ ਦਿੱਤੇ ਸਨ। ਸਕਲ ਕਲਾ ਸਮਰੱਥ ਪਰਬੀਨ। ਇਹ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਵੀ ਜਿਹੜੀਆਂ ਕਰਾਮਾਤਾਂ ਸ਼ਕਤੀਆਂ ਆਪ ਨੇ ਅੰਦਰ ਛਪਾਈਆਂ ਹੋਈਆਂ ਹਨ, ਉਹਨਾਂ ਦਾ ਤਾਂ ਹੁਣ ਸਾਡੇ ਵਰਗੇ ਜਿਹੜੇ ਕਲਯੁਗੀ ਜੀਵ ਕਦੇ ਵੀ ਅੰਤ ਨਹੀਂ ਪਾ ਸਕਦੇ ਹਨ। ਕਲ ਮੈਂ ਕਰਿਓ ਖਾਲਸਾ ਵੀਰ। ਜੋ ਆਪ ਨੇ ਇਹ ਕਲਯੁਗ ਦੇ ਸਮੇਂ ਦੇ ਵਿੱਚ ਕਿਹੋ ਜਿਹਾ ਵੀਰ ਰਸ ਵਾਲਾ ਖਾਲਸਾ ਪੰਥ ਪੈਦਾ ਕੀਤਾ ਹੈ। ਸਭ ਤੇ ਉੱਤਮ ਗੁਣੀ ਗਹੀਰ। ਹੁਣ ਇਸ ਦੇ ਅੰਦਰ ਤਾਂ ਆਪਣੇ ਬੜੇ ਹੀ ਜਿਹੜੇ ਦੇਵੀ ਗੁਣ ਭਰੇ ਹੋਏ ਹਨ। ਦੋਹਰਾ ਸਰਬ ਸ਼੍ਰੋਮਣ ਖਾਲਸਾ ਰਚਿਓ ਪੰਥ ਸੁਖਦਾਈ। ਜੋ ਸਾਰੇ ਧਰਮਾਂ ਤੋਂ ਸ਼੍ਰੋਮਣੀ ਖਾਲਸਾ ਪੰਥ ਆਪਣੇ ਹੀ ਸਾਜਣਾ ਕੀਤਾ ਹੈ। ਬਿਨ ਇੱਕ ਗੰਦੇ ਧੂਮ ਤੇ ਜਗ ਮਹਿ ਅਦਕ ਸੁਹਾਈ। ਜਿਹਦੇ ਵਿੱਚ ਜੋ ਹੈ ਗੰਦਾ ਧੂਮ, ਜਗਤ ਜੋਟ, ਤੰਬਾਕੂ ਹੈ, ਸ਼ਰਾਬ ਹੈ, ਕਬਾਬ ਹੈ, ਭੰਗ ਹੈ, ਜੋ ਵੀ ਅਨਸ਼ੀਲੀਆਂ ਚੀਜ਼ਾਂ ਬੜੇ ਲੋਕ ਸਮਾਜ ਦੇ ਵਿੱਚ ਪਹਿਲਾਂ ਤੋਂ ਹੀ ਵਰਤਿਆ ਕਰਦੇ ਸਨ। ਗਾਂਜਾ, ਕਿੰਨਾ ਕਿੰਨਾ ਨਸ਼ਿਆਂ ਦੀ ਗਿਣਤੀ ਕੀਤੀ ਜਾਵੇ, ਸੱਚੇ ਪਾਤਸ਼ਾਹ ਵੀ ਆਪਨੇ ਤਾਂ ਪਹਿਲਾਂ ਹੀ ਖਾਲਸਾ ਪੰਥ ਨੂੰ ਇਹੋ ਜਿਹੀਆਂ ਬੁਰਾਈਆਂ ਤੋਂ ਬਚਣ ਦੇ ਲਈ ਆਪ ਜੀ ਨੇ ਹਦਾਇਤਾਂ ਕਰ ਦਿੱਤੀਆਂ ਨੇ ਵੀ ਕਿਸੇ ਨੇ ਆ ਜਾਤ ਜੋੜ ਦੀ ਕਦੇ ਵੀ ਵਰਤੋਂ ਨਹੀਂ ਕਰਨੀ ਹੈ। ਪੁੱਛੈ ਪਰਮ ਸੋ ਪ੍ਰੇਮ ਕਰ ਰਹਿਨੀ ਕੋ ਬਿਰਤੰਤ। ਉਹ ਸਮੇਂ ਜਿਹੜੇ ਸਿਆਣੇ ਸਿਆਣੇ ਗੁਰ ਸਿੱਖ ਸਤਿਗੁਰੂ ਜੀ ਦੇ ਪਾਸੋਂ ਖਾਲਸੇ ਦੀ ਜਿਹੜੀ ਰਹਿਣੀ ਹੈ, ਕਹਿਣੀ ਹੈ, ਬਹਿਣੀ ਹੈ, ਉਹਦੇ ਬਾਰੇ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗ ਪਏ ਸਨ। ਤਿਸ ਕੋ ਦੇਵੈ ਕਿਮ ਰਹੈ ਕੈਸੀ ਵਰਤੈ ਸੰਤ। ਸੱਚੇ ਪਾਤਸ਼ਾਹ ਵੀ ਕਿਹੋ ਜੀ ਸੁੰਦਰ ਰਹਿਤ ਆਪ ਨੇ ਆ ਖਾਲਸੇ ਪੰਥ ਨੂੰ
ਧਾਰਨ ਕਰਵਾਈ ਹੈ। ਗੁਰੂ ਕਹੈ ਸੁਨ ਖਾਲਸਾ ਕੀਸ ਪਾਹੁਲੀ ਮੁਕਤ। ਸਤਿਗੁਰੂ ਜੀ ਕਹਿਣ ਲੱਗੇ ਬਈ ਜਿਨ੍ਹਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕ ਲਿਆ, ਕਮਾਈ ਕਰਦਿਆਂ ਉਹਨਾਂ ਨੇ ਫਿਰ ਮੁਕਤੀ ਵੀ ਪ੍ਰਾਪਤ ਕਰ ਲੈਣੀ ਆ, ਉਹ ਸਦਾ ਦੇ ਲਈ ਮੁਕਤ ਹੋ ਜਾਣੇ ਹਨ। ਖੰਡੇ ਕੀ ਸਭ ਤੇ ਭਲੀ ਕਹਿ ਚਰਨਨ ਕੀ ਜੁਗਤ। ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕਰਕੇ 9ਵੇਂ ਪਾਤਸ਼ਾਹ ਤੱਕ ਚਰਨ ਅੰਮ੍ਰਿਤ ਸਿੱਖਾ ਪੀ ਲਾਇਆ। ਚਰਨ ਪੌਲ ਦੀ ਜਿਹੜੀ ਮਰਜ਼ਾਦਾ ਗੁਰੂ ਘਰ ਦੇ ਵਿੱਚ ਚਲੀ ਆਉਂਦੀ ਸੀ। ਜੁਗ ਜੁਗ ਮਹਿ ਹਮ ਅਵਤਰੈ ਆਪਣੇ ਭਗਤਨ ਕਾਜ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਵੀ ਅਸੀਂ ਤਾਂ ਜੀਵਾਂ ਦੀ ਕਲਿਆਣ ਵਾਸਤੇ ਜੁਗਾ ਜਗੰਤਰਾਂ 'ਚ ਇਸੇ ਤਰ੍ਹਾਂ ਅਵਤਾਰ ਧਾਰਨ ਕਰਦੇ ਹੀ ਰਹਿੰਦੇ ਆ। ਰਹਿਣੀ ਰਹਿ ਸੋ ਖਾਲਸਾ ਸੋ ਮੇਰੋ ਸਿਰ ਤਾਜ। ਰਹਿਣੀ ਰਹਿ ਸੋਏ ਸਿੱਖ ਮੇਰਾ, ਵੀ ਜਿਹੜੇ ਰਹਿਤਾਂ ਦੇ ਵਿੱਚ ਨਾ ਪੱਕੇ ਰਹਿੰਦੇ ਹਨ ਉਹ ਤਾਂ ਫਿਰ ਮੇਰਾ ਸਾਰਿਆਂ ਨਾਲੋਂ ਸ਼੍ਰੋਮਣੀ ਖਾਲਸਾ ਬਣ ਜਾਣਾ ਹੈ। ਤਰੈ ਕੇਸ ਪਾਹੁਲ ਬਿਨਾ ਪੇਖੀ ਮੂਰਖ ਸਿੱਖ। ਜਿਨ੍ਹਾਂ ਨੇ ਅਜੇ ਤੱਕ ਭਲਾਈ ਦਾਤਾ ਨਹੀਂ ਪ੍ਰਾਪਤ ਕੀਤੀ, ਸਰੀਰ ਦੇ ਉੱਪਰ ਰੋਮ ਜ਼ਰੂਰ ਧਾਰਨ ਕੀਤੇ ਹੋਏ ਹਨ, ਉਹਨੇ ਤਾਂ ਇੱਕ ਬਸ ਆਪਣਾ ਪੈਖ ਹੀ ਦਿਖਾਵੇ ਮਾਤਰ ਜਿਨ੍ਹਾਂ ਨੇ ਧਾਰਨ ਕੀਤਾ ਹੋਇਆ। ਮੇਰਾ ਦਰਸ਼ਨ ਨਹੀਂ ਤਿਸ ਪਾਪੀ ਤਿਆਗੇ ਸਿੱਖ। ਉਸ ਨੂੰ ਫਿਰ ਕਦੇ ਵੀ ਮੇਰੇ ਦਰਸ਼ਨ ਨਹੀਂ ਹੋ ਸਕਣੇ ਹਨ। ਏਕ ਮਜਬ ਰਹਿਣਾ ਭਲਾ ਦੋ ਮੈਂ ਰਹਿ ਨਾ ਕੋਈ। ਜਿਹੜੇ ਗੁਰਮੁਖ ਇੱਕ ਆਪਣੇ ਸਿੱਖ ਧਰਮ ਦੇ ਵਿੱਚ ਸਾਰੀ ਜ਼ਿੰਦਗੀ ਸਦਾ ਦੇ ਲਈ ਪਰਪੱਕ ਰਹਿੰਦੇ ਹਨ, ਕਦੇ ਵੀ ਇਹ ਆਪਣੇ ਸਿੱਖੀ ਧਰਮ ਦਾ ਤਿਆਗ ਨਹੀਂ ਕਰਦੇ ਹਨ। ਇਹ ਨੇ ਵੀ ਗੰਗਾ ਗਏ ਗੰਗਾ ਦਾਸ, ਜਮਨਾ ਗਏ ਜਮਨਾ ਦਾਸ ਬਣ ਗਏ। ਪਰ ਜਿਹੜੇ ਜਗਿਆਸੂ ਆਪਣੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਧਰਮ ਇੱਕੋ ਹੀ ਮਜ਼ਹਬ ਨੂੰ ਸਦਾ ਦੇ ਲਈ ਧਾਰਨ ਕਰਕੇ ਰੱਖਦੇ ਨੇ। ਮੇਰੋ ਸਿੱਖ ਕਹਾਈ ਕੈ ਭਰਮੈ ਪਾਪੀ ਸੋਈ। ਪਰ ਜਿਹੜਾ ਕਹਾਉਂਦਾ ਤਾਂ ਮੇਰਾ ਗੁਰਸਿੱਖੀ ਹੈ, ਮੇਰਾ ਖਾਲਸਾ ਹੈ, ਪਰ ਉਹਦੇ ਮਨ ਦੇ ਵਿੱਚ ਬਹੁਤ ਜਿਹੜੇ ਭਰਮ ਵੀ ਭਰੇ ਹੋਏ ਹਨ। ਕਦੇ ਕਿਸੇ ਮਤ ਮਤੰਤਰ ਨੂੰ ਮੰਨਣ ਲੱਗ ਪਿਆ, ਕਦੇ ਕਿਸੇ ਦੇ ਪਿੱਛੇ ਲੱਗ ਤੁਰਿਆ। ਵੀ ਇਹੋ ਜਿਹੇ ਭਰਮਾਂ ਦੇ ਵਿੱਚ ਪੈਣ ਵਾਲੇ ਉਹ ਕਦੇ ਵੀ ਮੇਰੇ ਗੁਰ ਸਿੱਖ ਕਹਾਉਣ ਦੇ ਹੱਕਦਾਰ ਨਹੀਂ ਹੋ ਸਕਣੇ ਹਨ। ਤ੍ਰੈ ਪ੍ਰਕਾਰ ਮਮ ਸਿੱਖ ਹੈ ਸਹਿਜੀ ਚਰਨੀ ਖੰਡ। ਭਾਈ ਸਾਹਿਬ ਜੀ ਨੇ ਪਹਿਲਾਂ ਤੋਂ ਜੋ ਮਰਜ਼ਾਦਾ ਚਲੀ ਆਉਂਦੀ ਹੈ, ਸਤਿਗੁਰੂ ਜੀ ਕਹਿਣ ਲੱਗੇ ਵੀ ਮੇਰੇ ਇਹ 3 ਪ੍ਰਕਾਰ ਦੇ ਜਿਹੜੇ ਗੁਰ ਸਿੱਖ ਹੋਇਆ ਕਰਦੇ ਨੇ। ਜਿਵੇਂ ਗੁਰੂ ਬਾਬਾ ਜੀ ਦੇ ਟਾਈਮ 'ਤੇ ਬਹੁਤ ਸਾਰੇ ਸਹਿਜਧਾਰੀ ਪ੍ਰੇਮੀ ਹੋਇਆ ਕਰਦੇ ਸੀ। ਪਹਿਲੇ ਸਹਿਜਧਾਰੀ, ਦੂਜੇ ਨੰਬਰ 'ਤੇ ਫਿਰ ਜਿਨ੍ਹਾਂ ਨੇ ਚਰਨ ਪੌਲ ਹਾਸਲ ਕੀਤੀ ਹੈ, ਤੀਜੇ ਨੰਬਰ 'ਤੇ ਜਿਨ੍ਹਾਂ ਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਰਹਿਮਤ ਦਾ ਸਦਕਾ ਖੰਡੇ ਵਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਚੁੱਕੀ ਹੈ। ਇਹ 3 ਤਰ੍ਹਾਂ ਦੇ ਜਿਹੜੇ ਮੇਰੇ ਗੁਰ ਸਿੱਖ ਹੋਇਆ ਕਰਦੇ ਹਨ। ਜਾਂ ਤੇ ਕੇਸੀ ਹੋਏ ਸਿੱਖ ਤੀਨੋਂ ਕਰੈ ਬਿਹੰਡ। ਪਰ ਜਿਨ੍ਹਾਂ ਨੇ ਜਿਹੜੀਆਂ ਰਹਿਤਾਂ ਧਾਰਨ ਕਰ ਲਈਆਂ ਹਨ, ਚੌਪਈ ਮੇਰਾ ਸੋਜੋ ਰਾਖੈ ਰਹਿਤ। ਸਤਿਗੁਰੂ ਜੀ ਕਹਿਣ ਲੱਗੇ ਵੀ ਦਰਅਸਲ ਮੇਰਾ ਖਾਲਸਾ ਮੇਰਾ ਗੁਰ ਸਿੱਖ ਉਹੀ ਹੈ ਜਿਹਨੇ ਸਾਡੇ ਬਚਨਾਂ ਨੂੰ ਮੰਨਦਿਆਂ ਹੋਇਆ ਜਿਹੜੀਆਂ ਰਹਿਤਾਂ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਈਆਂ ਹਨ। ਗੁਰ ਆਇਸ ਮਹਿ ਨਿਸ ਦਿਨ ਰਹਿਤ। ਜਿਹੜੇ
ਅੱਠੇ ਪਹਿਰ ਰਾਤ ਦਿਨ ਤੇ ਸਤਿਗੁਰੂ ਜੀ ਦੀ ਆਗਿਆ ਦੇ ਵਿੱਚ ਵੀ ਚੱਲਣ ਵਾਲੇ ਨੇ। ਪਹਿਰ ਰਾਤ ਤੇ ਕਰੈ ਇਸ਼ਨਾਨ, ਜੋ ਸਤਿਗੁਰੂ ਜੀ ਨੇ ਤਾਂ ਆਪਣੇ ਗੁਰ ਸਿੱਖ ਨੂੰ ਹਮੇਸ਼ਾ ਵਾਸਤੇ ਅੰਮ੍ਰਿਤ ਵੇਲੇ ਜਾਗਣ ਦੀ ਇਹ ਪ੍ਰੇਰਨਾ ਹਦਾਇਤ ਕੀਤੀ ਹੋਈ ਹੈ। ਗੁਰਮੁਖ ਨਾਮ ਦਾਨ ਇਸ਼ਨਾਨ, ਜਿਨ੍ਹਾਂ ਕਰਮਾਂ ਦੇ ਪ੍ਰਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਪ੍ਰਵਚਨ ਕਰਦੇ ਨੇ, ਭਾਉ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦੜਾਇਆ। ਵੀ ਜਿਹੜੇ ਦਸ਼ਮੇਸ਼ ਪਿਤਾ ਦੇ ਬਚਨਾਂ ਨੂੰ ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨਦਿਆਂ ਹੋਇਆਂ ਰੋਜ਼ਾਨਾ ਅੰਮ੍ਰਿਤ ਵੇਲੇ ਜਾ ਕਰਕੇ ਇਸ਼ਨਾਨ ਕਰਦੇ ਹਨ। ਸੁਚ ਸੰਜਮ ਸੋ ਹੋਏ ਸਬਦਾਨ, ਜਿਹੜੇ ਅੰਦਰਲੀ ਤੇ ਬਾਹਰਲੀ ਪਵਿੱਤਰਤਾ ਦੇ ਵਿੱਚ ਵੀ ਸਦਾ ਦੇ ਲਈ ਸਾਵਧਾਨ ਰਹਿਣ ਵਾਲੇ ਹਨ। ਜਪ ਆਦਿਕ ਗੁਰਬਾਣੀ ਪਾਠ, ਜੋ ਸਤਿਗੁਰੂ ਜੀ ਨੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਖਾਲਸੇ ਨੂੰ ਹੁਕਮ ਕੀਤਾ ਹੋਇਆ ਹੈ। ਪੜ੍ਹੈ ਗੁਰਮੁਖੀ ਤਜ ਅਨ ਠਾਠ, ਜਿਹੜੇ ਹਮੇਸ਼ਾ ਵਾਸਤੇ ਜਿਹੜੀ ਹੈ ਗੁਰਮੁਖੀ ਵਿਦਿਆ ਨੂੰ ਵੀ ਪੜ੍ਹਦੇ ਰਹਿੰਦੇ ਹਨ। ਸਰੋਤ ਅਰ ਸਤਿਗੁਰ ਬਾਕਨ ਧਾਰੈ, ਭਾਵੇਂ ਸਤਿਗੁਰੂ ਜੀ ਨੇ ਕਿਸੇ ਵੀ ਵਿਦਿਆ ਦੀ ਕੋਈ ਨਿਖੇਧੀ ਤਾਂ ਨਹੀਂ ਕੀਤੀ। ਦਸ਼ਮੇਸ਼ ਪਿਤਾ ਨੇ ਆਪਣੇ ਪੰਜ ਗੁਰ ਸਿੱਖਾਂ ਨੂੰ ਜਦੋਂ ਸਾਧੂਆਂ ਵਾਲਾ ਪੇਖ ਧਾਰਨ ਕਰਵਾ ਕੇ ਬਨਾਰ ਦੇ ਵਿੱਚ ਦੇਖੋ ਇਹ ਵਿਦਿਆ ਪੜ੍ਹਨ ਦੇ ਲਈ ਭੇਜਿਆ ਸੀ। ਭਾਈ ਨੰਦ ਲਾਲ ਜੀ ਇਹ ਵੀ ਕਿਤਨੇ ਵੱਡੇ ਅਰਬੀ ਫਾਰਸੀ ਦੇ ਵਿਦਵਾਨ ਹੋਏ ਹਨ। ਔਰ ਬਿਆਦ ਸਮਾ ਸਗਰੀ ਟਾਰੈ, ਪਰ ਸਤਿਗੁਰੂ ਜੀ ਨੇ ਤਾਂ ਆਪਣੇ ਪੈਰੋਕਾਰਾਂ ਨੂੰ ਸਾਰੀਆਂ ਹੀ ਵਿਦਿਆਵਾਂ ਜਿਹੜਾ ਪ੍ਰਾਪਤ ਕਰਨ ਦੇ ਲਈ ਹੁਕਮ ਕੀਤਾ ਹੋਇਆ। ਜਿਤਨਾ ਚਿਰ ਗੁਰਮੁਖ ਵਿਦਿਆ ਦੇ ਵਿੱਚ ਨਿਪੁੰਨ ਨਹੀਂ ਹੁੰਦਾ ਤੇ ਉਤਨਾ ਚਿਰ ਜਿਹੜੇ ਆ ਦੂਜੇ ਪੁਰਾਤਨ ਸਮੇਂ ਦੇ ਵੱਡੇ ਵੱਡੇ ਧਾਰਮਿਕ ਗ੍ਰੰਥ ਉਹਨਾਂ ਨੂੰ ਵੀ ਪੜ੍ਹਨਾ ਬੜਾ ਔਖਾ ਹੋ ਜਾਂਦਾ ਹੈ। ਨਹੀਂ ਪਾਰਸੀ ਅਰਬੀ ਪੜ੍ਹੈ, ਪਰ ਸਤਿਗੁਰੂ ਜੀ ਨੇ ਇਹੋ ਜਿਹੇ ਬਚਨ ਤਾਂ ਕਦੇ ਵੀ ਨਹੀਂ ਕੀਤੇ ਹਨ ਵੀ ਕੋਈ ਅਰਬੀ ਨਾ ਪੜ੍ਹੇ ਨਾ ਫਾਰਸੀ ਪੜ੍ਹੇ। ਭਾਈ ਨੰਦ ਲਾਲ ਜੀ ਦੀ ਮਿਸਾਲ ਇਹ ਸਾਰਿਆਂ ਦੇ ਸਾਹਮਣੇ ਹੀ ਹੈ। ਮੁਖ ਤੇ ਨਿਸ ਦਿਨ ਗੁਰ ਗੁਰ ਰੜੈ, ਪਰ ਜਿਹੜੇ ਅੱਠੇ ਪੈਰ ਰਾਤ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਲਾਈ ਬਾਣੀ ਦਾ ਜਾਪ ਸਦਾ ਵਾਸਤੇ ਕਰਦੇ ਰਹਿੰਦੇ ਹਨ। ਗੁਰਬਾਣੀ ਗਾਵੈ ਭਾਈ, ਉਹ ਸਫਲ ਸਦਾ ਸੁਖਦਾਈ ਹੋਣ। ਜਿਸ ਪ੍ਰਕਾਰ ਸਤਿਗੁਰੂ ਜੀ ਨੇ ਹੋਰ ਵੀ ਬੜੇ ਅਮੋਲਕ ਵਚਨ ਆਪਣੀ ਰਸਨਾ ਤੋਂ ਖਾਲਸੇ ਨੂੰ ਸੁਣਾਉਣੇ ਨੇ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈਂ ਨੇ ਹਾਲ ਕਰ ਰਹੇ ਨੇ। ਨਹੀਂ ਤੁਰਕ ਕੋ ਸੀਸ ਨਿਵਾਵੈ, ਨਹਿ ਸੰਗਤ ਬੈਠੈ ਨਹਿ ਖਾਵੈ। ਨਹੀਂ ਤੁਰਕ ਕੋ ਸੀਸ ਨਿਵਾਵੈ, ਨਹਿ ਸੰਗਤ ਬੈਠੈ ਨਹਿ ਖਾਵੈ। ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ, ਹੈ ਪੂਰਨ